मेले नू चलीए हो रौनक हो। ਖੁੱਲੇ ਡੁੱਲੇ ਸੁਭਾਅ ਦੇ ਮਾਲਕ ਪੰਜਾਬੀ ਮੁੱਢ ਤੋਂ ਹੀ ਮੇਲਿਆਂ ਦੇ ਬੜੇ ਸ਼ੌਕੀਨ ਰਹੇ ਹਨ। ਜਰਗ ਦਾ ਮੇਲਾ, ਛਪਾਰ ਦਾ ਮੇਲਾ ਅਤੇ ਜਗਰਾਵਾਂ ਦੀ ਰੋਸ਼ਨੀ ਵਰਗੇ ਵੱਡੇ ਮੇਲੇ ਪੰਜਾਬੀਆਂ ਲਈ ਹਮੇਸ਼ਾ ਖਿੱਚ ਦਾ ਕੇਂਦਰ ਰਹੇ ਹਨ। ਇਹ ਮੇਲੇ ਪੰਜਾਬ ਦੇ ਘੁੱਗ ਵਸਦੇ ਇਲਾਕਿਆਂ ਵਿੱਚ ਲੱਗਦੇ ਹਨ। ਸਦੀਆਂ ਪੁਰਾਣਾ ਮੇਲਾ ਛਿੰਝ ਸਰਾਹਾਂ ਦੀ ਭਾਵੇਂ ਇਸੇ ਪੱਧਰ ਦਾ ਹੈ, ਪਰੰਤੂ ਪੰਜਾਬ ਦੇ ਪਛੜੇ ਨੀਮ ਪਹਾੜੀ ਇਲਾਕੇ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੀ ਬੱਖੀ ਨਾਲ ਲੱਗਦਾ ਹੋਣ ਕਰਕੇ ਇਸ ਮੇਲੇ ਦਾ ਓਨਾ ਪ੍ਰਚਾਰ ਅਤੇ ਪ੍ਰਸਾਰ ਨਹੀਂ ਹੋ ਸਕਿਆ ਜਿੰਨਾ ਹੋਣਾ ਚਾਹੀਦਾ ਸੀ। ਇਹ ਮੇਲਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜਸ਼ੰਕਰ ਤੋਂ ਚੜ੍ਹਦੇ ਪਾਸੇ ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿੱਚ ਬਸੇ ਬੀਟ ਇਲਾਕੇ ਦੇ ਪਿੰਡ ਅਚਲਪੁਰ ਸਰਾਹਾਂ ਵਿਖੇ ਹਰ ਬਰੇ ਮੱਘਰ ਮਹੀਨੇ ਦੇ ਜੇਠੇ ਐਤਵਾਰ ਤੋਂ ਲੈ ਕੇ ਲਗਾਤਾਰ 4 ਦਿਨ ਚੱਲਦਾ ਹੈ। ਦੂਰ ਦੂਰ ਤੱਕ ਇਹ ਮੇਲਾ ਇੰਨਾ ਮਸ਼ਹੂਰ ਹੈ ਕਿ ਇਹ ਟੋਟਕਾ ਆਪ ਮੁਹਾਰੇ ਹੀ ਲੋਕਾਂ ਦੀ ਜ਼ੁਬਾਨ ਵਿੱਚੋਂ ਫੁੱਟ ਪੈਂਦਾ ਹੈ। ਦਾਲ ਮਾਹਾਂ ਦੀ ਛਿੰਝ ਸਰਾਹਾਂ। ਸਾਰੇ ਵਰਗਾਂ ਦਾ ਸਾਂਝਾ ਇਹ ਮੇਲਾ ਜਿੱਥੇ ਇਲਾਕੇ ਦੀ ਵਿਰਾਸਤੀ ਨਿਸ਼ਾਨੀ ਹੈ, ਉੱਥੇ ਧਾਰਮਿਕ, ਸੱਭਿਆਚਾਰਕ ਅਤੇ ਇਤਿਹਾਸਕ ਪੱਖੋਂ ਵੀ ਇਸ ਦਾ ਖਾਸ ਮਹੱਤਵ ਹੈ। ਮੇਲੇ ਵਾਲੇ ਸਥਾਨ ਅਚਲਪੁਰ ਨੂੰ ਵੱਖ-ਵੱਖ ਇਲਾਕਿਆਂ ਤੋਂ 6 ਪੱਗ ਡੰਡੀਆਂ ਆ ਕੇ ਮਿਲਦੀਆਂ ਸਨ। ਲੋਕ ਪੈਦਲ ਹੀ ਸਫ਼ਰ ਕਰਦੇ ਸਨ। 6 ਰਾਹਾਂ ਦਾ ਕੇਂਦਰ ਬਿੰਦੂ ਹੋਣ ਕਰਕੇ ਇਸ ਮੇਲੇ ਦਾ ਨਾਂ ਛਿੰਝ ਸਰਾਹਾਂ ਦੀ ਪੈ ਗਿਆ। ਕਈਆਂ ਦਾ ਇਹ ਵੀ ਖਿਆਲ ਹੈ ਕਿ ਸਰਾਹਾਂ ਸ਼ਬਦ ਸ਼ਾਹਾਂ ਤੋਂ ਬਣਿਆ ਹੈ। ਪੁਰਾਣੇ ਵੇਲਿਆਂ ਵਿੱਚ ਵੱਡੇ ਵੱਡੇ ਸ਼ਾਹ ਲੋਕ ਖੱਚਰਾਂ ਤੇ ਧਨ ਲੱਦ ਕੇ ਇਸ ਮੇਲੇ ਵਿੱਚ ਜੂਆ ਖੇਡਣ ਅਤੇ ਵਪਾਰ ਕਰਨ ਲਈ ਆਉਂਦੇ ਹੁੰਦੇ ਸਨ। ਪਿੰਡ ਦੇ ਲਹਿੰਦੇ ਪਾਸੇ ਚੁਫੇਰਿਓਂ, ਪਿੱਪਲਾਂ, ਬੋਹੜਾਂ ਅਤੇ ਨਿੰਮਾਂ ਦੇ ਦਰਖਤਾਂ ਨਾਲ ਘਿਰਿਆ ਸਾਫ਼ ਸੁਥਰੇ ਵਾਤਾਵਰਣ 'ਚ ਸਥਿਤ ਸਿੱਧ ਬਾਬਾ ਵਾਲਕ ਰੂਪ ਜੀ ਦਾ ਪ੍ਰਾਚੀਨ ਮੰਦਰ ਸੁਸ਼ੋਭਿਤ ਹੈ। ਮੇਲੇ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਸਭ ਤੋਂ ਪਹਿਲਾਂ ਇੱਥੇ ਨਤਮਸਤਕ ਹੁੰਦੀਆਂ ਹਨ। ਜਾਨ ਮਾਲ ਦੀ ਸੁੱਖ ਸਾਂਦ ਲਈ ਮੰਨਤਾਂ ਮੰਗਦੀਆਂ ਹਨ ਅਤੇ ਸੁੱਖਣਾ ਲਾਉਂਦੀਆਂ ਹਨ। ਲੋਕ ਬਾਜਿਆਂ ਗਾਜਿਆਂ ਨਾਲ ਰਿਸ਼ਤੇਦਾਰਾਂ ਸਮੇਤ ਹਾਜ਼ਰੀਆਂ ਭਰਦੇ ਹਨ। ਮੇਲੇ ਵਾਲੇ ਐਤਵਾਰ ਤੋਂ ਮਹੀਨਾ ਪਹਿਲਾਂ 4 ਜੱਗ ਕਰਵਾਏ ਜਾਂਦੇ ਹਨ। ਇਹ ਜੱਗ ਅਚਲਪੁਰ, ਮਜਾਰੀ, ਨੈਣਮਾ, ਇੰਦੋਵਾਲ ਅਤੇ ਝੋਨੋਵਾਲ ਆਦਿ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੁੰਦੇ ਹਨ। ਮੇਲੇ ਦੇ ਸਾਰੇ ਦਿਨਾਂ ਵਿੱਚ ਅਟੁੱਟ ਲੰਗਰ ਚੱਲਦਾ ਹੈ। ਘਰਾਂ ਵਿੱਚ ਮਾਹਾਂ ਦੀ ਦਾਲ ਜ਼ਰੂਰ ਬਣਦੀ ਹੈ। ਮੇਲੇ ਦੇ ਪਹਿਲੇ ਦਿਨ ਪਹਿਲਵਾਨਾਂ ਦੇ ਘੋਲ ਕਰਵਾਏ ਜਾਂਦੇ ਹਨ। ਮੇਲੇ ਵਿੱਚ ਪੁਰਾਣੇ ਪੇਂਡੂ ਸੱਭਿਆਚਾਰ ਦੇ ਦਰਸ਼ਨ ਹੁੰਦੇ ਹਨ। ਪੰਜਾਬੀ ਪੇਂਡੂ ਸੱਭਿਆਚਾਰ ਦਾ ਦਰਪਣ ਛਿੰਝ ਸਰਾਹਾਂ ਦੀ ਮੇਲੇ ਦੇ ਦਰਸ਼ਨ। ਪੰਜਾਬੀ ਘਰਾਂ ਵਿੱਚੋਂ ਅਲੋਪ ਹੋ ਰਹੇ ਮਿੱਟੀ ਦੇ ਬਣੇ ਭਾਂਡੇ ਜਿਵੇਂ ਚਾਟੀਆਂ, ਘੜੇ, ਦਧੂਨੀਆਂ, ਤੌੜੀਆਂ, ਚੱਪਣੀਆਂ, ਕੁੱਜੇ ਅਤੇ ਹੋਰ ਨਿੱਤ ਵਰਤੋਂ ਦੀਆਂ ਵਸਤਾਂ ਪੇਂਡੂ ਸਵਾਣੀਆਂ ਲਈ ਖਿੱਚ ਦਾ ਕੇਂਦਰ ਹੁੰਦੀਆਂ ਹਨ। ਪੁਰਾਣੇ ਸਮਿਆਂ ਵਿੱਚ ਲੋੜੀਂਦੀਆਂ ਚੀਜ਼ਾਂ ਖਰੀਦਣ ਲਈ ਬਾਜ਼ਾਰ ਨੇੜੇ ਨਹੀਂ ਸਨ ਹੁੰਦੇ। ਲੋਕ ਸਾਲ ਭਰ ਦੀਆਂ ਚੀਜ਼ਾਂ ਮੇਲੇ ਵਿੱਚੋਂ ਹੀ ਖਰੀਦ ਲੈਂਦੇ ਸਨ। ਉਹਨਾਂ ਲਈ ਇਹ ਮੇਲਾ ਸਾਲਾਨਾ ਬਾਜ਼ਾਰ ਹੀ
ਹੋਇਆ ਕਰਦਾ ਸੀ। ਮੇਲੇ ਦਾ ਸੰਬੰਧ ਇਸ ਖੇਤਰ ਦੇ ਕਿਸਾਨੀ ਜੀਵਨ ਨਾਲ ਵੀ ਜੁੜਿਆ ਹੋਇਆ ਹੈ। ਇਹਨਾਂ ਦਿਨਾਂ ਵਿੱਚ ਮੱਕੀ ਦੀ ਫਸਲ ਅਤੇ ਕੱਖ ਕੰਡਾ ਸੰਭਾਲ ਕੇ ਕਣਕ ਦੀ ਬਿਜਾਈ ਦਾ ਕੰਮ ਨਿਬੇੜ ਲਿਆ ਜਾਂਦਾ ਹੈ। ਗੰਨੇ ਤੋਂ ਗੁੜ ਬਣਾਉਣ ਦੇ ਕੰਮ ਨੂੰ ਹਾਲੇ ਵਕਤ ਹੁੰਦਾ ਹੈ। ਕਿਸਾਨਾਂ ਲਈ ਇਹ ਦਿਨ ਵੇਲ ਵਾਲੇ ਹੁੰਦੇ ਹਨ। ਧੂੜੀ ਕੰਦ ਸਾਂਭ ਹਾੜੀ ਵੇਚ ਵੱਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਉਹ ਧੂੜੀ ਕੰਦ ਸਾਂਭ ਹਾੜੀ ਵੇਚ ਵੱਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਪੱਗ ਟੱਗਾ ਚਾਦਰਾ ਨਵਾਂ ਸਵਾਏ ਕੇ ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਏ ਕੇ ਕੱਛੇ ਮਾਰ ਵੰਜਲੀ ਆਨੰਦ ਛਾ ਗਿਆ ਹੋ ਕੱਛੇ ਮਾਰ ਵੰਜਲੀ ਆਨੰਦ ਛਾ ਗਿਆ ਮਾਰਦਾ ਦਮਾਮੇ ਜੱਟ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਹਾਣੀਆਂ ਦੀ ਢਾਣੀ ਵਿੱਚ ਲਾੜਾ ਸੱਜਦਾ ਬੱਗ 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 ਵੇਖੋ ਸ਼ੇਰ ਗੱਜਦਾ ਉਹ ਹਾਣੀਆਂ ਦੀ ਢਾਣੀ ਵਿੱਚ ਲਾੜਾ ਸੱਜਦਾ ਬੱਗ 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 ਵੇਖੋ ਸ਼ੇਰ ਗੱਜਦਾ ਉਹ ਹੀਰ ਨੂੰ ਅੜਕ ਨਾਲ ਹੁੱਜਾ ਮਾਰਦਾ ਉਹ ਸੈਨਤਾਂ ਦੇ ਨਾਲ ਰੰਨ ਨੂੰ ਵੰਗਾਰਦਾ ਚੰਗੀ ਜਿਹੀ ਸੱਦ ਲਾ ਦੇ ਬੱਲੇ ਬੇਲੀਆਂ ਤੂੰ ਬਾਜਰਾ ਖੋਲ ਹਾਂ ਜਵਾਨ ਬੇਲੀਆਂ ਉਹ ਸਰੋਂ ਵਾਂਗੂ ਝੂਲ ਵੰਜਲੀ ਸੁਣਾ ਗਿਆ ਹੋ ਸਰੋਂ ਵਾਂਗੂ ਝੂਲ ਵੰਜਲੀ ਸੁਣਾ ਗਿਆ ਉਹ ਮਾਰਦਾ ਦਮਾਮੇ ਜੱਟ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਮਾਰਦਾ ਦਮਾਮੇ ਜੱਟ ਟੂੰਬੇ ਨਾਲ ਭਾਂਤ ਭਾਂਤ ਬੋਲ ਬੋਲੀਆਂ ਹਾੜ ਵਿੱਚ ਜੱਟਾਂ ਨੇ ਮਨਾਈਆਂ ਹੋਲੀਆਂ ਉਹ ਰੜਕੇ 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 ਉਹ ਰੜਕੇ 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 ਤਰੀਕਾਂ ਭੁਗਤਣਗੇ ਭੁਗਤਣਗੇ ਜੱਟ ਲੜ ਕੇ ਤਰੀਕਾਂ ਭੁਗਤਣਗੇ ਭੁਗਤਣਗੇ ਜੱਟ ਲੜ ਕੇ ਤਰੀਕਾਂ ਭੁਗਤਣਗੇ ਟੂੰਬੇ ਨਾਲ ਭਾਂਤ ਭਾਂਤ ਬੋਲ ਬੋਲੀਆਂ ਹਾੜ ਵਿੱਚ ਜੱਟਾਂ ਨੇ ਮਨਾਈਆਂ ਹੋਲੀਆਂ ਛੰਝ ਦੀ ਤਿਆਰੀ ਹੋਈ ਢੋਲ ਵੱਜਦੇ ਕੱਸ ਕੇ ਲੰਗੋਟ ਆਏ ਸ਼ੇਰ ਗੱਜਦੇ ਓ ਲਿਸ਼ਕਦੇ ਪਿੰਡੇ ਗੁੰਨੇ ਹੋਏ ਤੇਲ ਦੇ ਮਾਰਦੇ ਨਿਸ਼ਾਨਾ ਨਾਲ ਡੰਡ ਪੇਲ ਦੇ ਕਿਸ਼ੂ ਨੂੰ ਨਾ ਰਹਿਣਾ ਪਹਿਲੇ ਹੱਲੇ ਤਾਂ ਗਿਆ ਹੋ ਕਿਸ਼ੂ ਨੂੰ ਨਾ ਰਹਿਣਾ ਪਹਿਲੇ ਹੱਲੇ ਤਾਂ ਗਿਆ ਮਾਰਦਾ ਦਮਾਮੇ ਜੱਟ ਉਹ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ 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 ਅੱਜ ਕੱਲ੍ਹ ਆਵਾਜਾਈ ਦੇ ਸਾਧਨਾਂ ਵਿੱਚ ਅਥਾਹ ਵਾਧਾ ਹੋਣ ਕਰਕੇ ਅਤੇ ਪਿੰਡ-ਪਿੰਡ, ਗਲੀ-ਗਲੀ ਹੱਟੀਆਂ ਦੀ ਪਹੁੰਚ ਕਾਰਨ ਲੋਕਾਂ ਦੇ ਖਰੀਦੋ ਫਰੋਖਤ ਦੇ ਢੰਗਾਂ ਵਿੱਚ ਤਬਦੀਲੀ ਆਈ ਹੈ। ਸਮੇਂ ਦੀ ਤੋਰ ਨੇ ਮੇਲੇ ਦਾ ਰੰਗ ਢੰਗ ਹੀ ਬਦਲ ਦਿੱਤਾ ਹੈ। ਪੁਰਾਣੀ ਤਕਨੀਕ ਵਾਲੀਆਂ ਫੋਟੋਗ੍ਰਾਫਰਾਂ ਦੀਆਂ ਦੁਕਾਨਾਂ ਹੁਣ ਬੀਤੇ ਦੀ ਗੱਲ ਬਣ ਚੁੱਕੀਆਂ ਹਨ। ਬਲਦਾਂ ਦੀ ਲੱਗਦੀ ਭਾਰੀ ਮੰਡੀ ਪਿਛਲੇ ਕਈ ਸਾਲਾਂ ਤੋਂ ਗਾਇਬ ਹੈ। ਰੰਗ ਬਰੰਗੇ ਪਰਾਂਦਿਆਂ ਅਤੇ ਰਿਬਨਾਂ ਨਾਲ ਸ਼ਿੰਗਾਰੇ ਊਠਾਂ ਦੀ ਮੰਡੀ ਵੀ ਹੁਣ ਰਵਾਇਤ ਮਾਤਰ ਹੀ ਰਹਿ ਗਈ ਹੈ। ਕੋਈ ਵੇਲਾ ਹੁੰਦਾ ਸੀ ਜਦੋਂ ਪਸ਼ੂਆਂ ਦੇ ਵਪਾਰੀ ਦੂਰ ਦਰਾਡੇ ਇਲਾਕਿਆਂ ਤੋਂ ਆਉਂਦੇ ਹੁੰਦੇ ਸਨ ਅਤੇ ਲਾਹੌਰ ਤੋਂ ਆਈਆਂ ਹੱਟੀਆਂ ਇਸ ਮੇਲੇ ਦਾ ਸ਼ਿੰਗਾਰ ਬਣਦੀਆਂ ਹੁੰਦੀਆਂ ਸਨ। ਪੁੱਜਦੇ ਹੁੰਦੇ ਸਨ ਵਪਾਰੀ ਪਿਸ਼ੌਰ ਤੋਂ, ਹੱਟੀਆਂ ਆਉਂਦੀਆਂ ਸਨ ਕਦੇ ਲਾਹੌਰ ਤੋਂ।
मैं हाँ तेरे पिंड दी हवा सोहणिया, मैं हाँ तेरे पिंड दी हवा सोहणिया, मां कोलों मुख ना छुपा सोहणिया, मैं हाँ तेरे पिंड दी हवा सोहणिया। आईया समुंदरां नूं पार करके, मावां दियां रीझां दा शिंगार करके, समुंदरां नूं पार करके, मावां दियां रीझां दा शिंगार करके, भैणां दियां मेहंदियां हत्थां ते लाइयां ने, धीआं दियां झांजरां पैरां च पाइयां ने, धीआं दियां झांजरां पैरां च पाइयां ने। ओ मत्थे ते सुहागणा दे चा सोहणिया, मत्थे ते सुहागणा दे चा सोहणिया, मैं हाँ तेरे पिंड दी हवा सोहणिया, मैं हाँ तेरे पिंड दी हवा सोहणिया, मां कोलों मुख ना छुपा सोहणिया, मैं हाँ तेरे पिंड दी हवा। ਮੇਲੇ ਤੋਂ ਕਈ ਦਿਨ ਪਹਿਲਾਂ ਵੀਰ ਦੇ ਪਿੰਡਾਂ ਵਿੱਚ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਕੱਚੇ ਘਰਾਂ ਨੂੰ ਲਿਪਿਆ ਪੋਚਿਆ ਜਾਂਦਾ ਸੀ। ਬੜੇ ਉਤਸ਼ਾਹ ਨਾਲ ਬੈਠਕਾਂ ਨੂੰ ਸ਼ਿੰਗਾਰਿਆ ਜਾਂਦਾ ਸੀ। ਮੇਲੇ ਤੋਂ ਪਹਿਲਾਂ ਹੀ ਪ੍ਰਾਹੁਣਿਆਂ ਦੀ ਆਮਦ ਸ਼ੁਰੂ ਹੋ ਜਾਂਦੀ ਸੀ। ਪ੍ਰਾਹੁਣਚਾਰੀ ਲਈ ਲੋਕ ਪੱਬਾਂ ਭਾਰ ਹੁੰਦੇ, ਲੋਹੜੇ ਦਾ ਚਾਅ ਹੁੰਦਾ। ਮੇਲੇ ਦੇ ਦਿਨਾਂ ਵਿੱਚ ਕੋਈ ਘਰ ਅਜਿਹਾ ਨਹੀਂ ਸੀ ਹੁੰਦਾ ਜਿੱਥੇ ਮਹਿਮਾਨਾਂ ਦੀ ਚਹਿਲ ਪਹਿਲ ਨਾ ਹੋਵੇ। ਹਰ ਵਰੇ ਚੱਲਦਾ ਇਹ ਸਿਲਸਿਲਾ ਰੂਹ ਨੂੰ ਸਰਸ਼ਾਰ ਕਰ ਜਾਂਦਾ ਸੀ। ਅੱਜ ਦੇ ਹਫੜਾ ਦਫੜੀ ਵਾਲੇ ਦੌਰ ਵਿੱਚ ਵੀ ਲੋਕ ਸਾਲ ਭਰ ਇਸ ਮੇਲੇ ਦੀ ਉਡੀਕ ਕਰਦੇ ਰਹਿੰਦੇ ਹਨ। ਖੇਤਰ ਦੇ ਸਮੂਹ ਲੋਕਾਂ ਤੋਂ ਇਲਾਵਾ ਦੁਆਬਾ, ਦੂਣ, ਹਿਮਾਚਲ ਪ੍ਰਦੇਸ਼ ਅਤੇ ਦੂਰ ਦਰਾਡੇ ਜਾ ਵਸੇ ਲੋਕ ਬੜੀ ਸ਼ਰਧਾ ਨਾਲ ਇੱਥੇ ਹਾਜ਼ਰੀ ਭਰਦੇ ਹਨ। ਮੇਲੇ ਦੀ ਮਕਬੂਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਲੋਕ ਮੱਘਰ ਮਹੀਨੇ ਨੂੰ ਛਿੰਝ ਵਾਲਾ ਮਹੀਨਾ ਕਹਿ ਕੇ ਯਾਦ ਰੱਖਦੇ ਹਨ। ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਅਚਲਪੁਰ ਮਜ਼ਾਰੀ ਮੇਲਾ ਬੜਾ ਮਸ਼ਹੂਰ ਉੱਥੋਂ ਦਾ। ਛਿੰਝ ਸ਼ਰਾਹਾਂ ਵਾਲੀ ਵਿਰਾਸਤ ਦੀ ਰੂਹ ਇਹ ਮੇਲਾ ਦੇਖਣਾ ਜ਼ਰੂਰ ਇਸ ਵਾਰੀ। ਮੇਲੇ ਵਿੱਚ ਦੁਕਾਨਾਂ ਲਾਉਣ ਲਈ ਮਹੀਨਾ ਪਹਿਲਾਂ ਥਾਵਾਂ ਮੱਲ ਲਈਆਂ ਜਾਂਦੀਆਂ ਹਨ। ਅਸਮਾਨ ਛੂੰਹਦੇ ਚੰਡੋਲ ਕਈ ਦਿਨ ਪਹਿਲਾਂ ਮੇਲੇ ਦਾ ਸ਼ਿੰਗਾਰ ਬਣ ਜਾਂਦੇ ਹਨ। ਮੇਲੇ ਦੇ ਦਿਨਾਂ ਵਿੱਚ ਇੰਨੀ ਭੀੜ ਹੁੰਦੀ ਹੈ ਕਿ ਮੋਟਰ ਗੱਡੀਆਂ ਦਾ ਸੜਕ ਤੋਂ ਗੁਜ਼ਰਨਾ ਮੁਹਾਲ ਹੋ ਜਾਂਦਾ ਹੈ। ਮਨਿਆਰੀ ਅਤੇ ਹੋਰ ਨਿੱਕ ਸੁੱਕ ਦੀਆਂ ਦੁਕਾਨਾਂ ਤੇ ਔਰਤਾਂ ਅਤੇ ਮੁਟਿਆਰਾਂ ਦੀ ਭੀੜ ਹੁੰਦੀ ਹੈ। ਗੱਭਰੂ ਟੋਲੀਆਂ ਬਣਾ ਕੇ ਘੁੰਮਦੇ ਆਮ ਦਿਖਾਈ ਦਿੰਦੇ ਹਨ। ਜੇਕਰ ਡੇਢ ਕੁ ਦਹਾਕਾ ਪਹਿਲਾਂ ਇਲਾਕੇ ਦੀ ਸਵੈ ਸੇਵੀ ਜਥੇਬੰਦੀ ਬੀਟ ਭਲਾਈ ਕਮੇਟੀ ਮੇਲੇ ਵਿੱਚ 3 ਰੋਜ਼ਾ ਖੇਡ ਅਤੇ ਸੱਭਿਆਚਾਰਕ ਮੇਲਾ ਸ਼ੁਰੂ ਨਾ ਕਰਵਾਉਂਦੀ ਤਾਂ ਇਹ ਮੇਲਾ ਮਹਿਜ਼ ਜੂਹੇ ਅਤੇ ਲੱਚਰਤਾ ਦਾ ਮੇਲਾ ਹੀ ਬਣ ਕੇ ਰਹਿ ਜਾਣਾ ਸੀ। ਅਜਿਹਾ ਹੋਣ ਨਾਲ ਮੇਲੇ ਦੀਆਂ ਰੌਣਕਾਂ ਬਰਕਰਾਰ ਹੀ ਨਹੀਂ ਰਹੀਆਂ, ਸਗੋਂ ਧੂਣ ਸਮਾਈਆਂ ਹੋਈਆਂ ਹਨ। ਹੁਣ ਸੱਭਿਆਚਾਰਕ ਮੰਚ ਚੱਲੇਗੀ ਤੇ ਆਪਾਂ ਸਾਰੇ ਥੱਲੜੇ ਪਾਸੇ ਕੁਰਸੀਆਂ ਤੇ ਬੈਠ ਕੇ ਉਹ ਦੇਖਾਂਗੇ ਪ੍ਰੋਗਰਾਮ। ਨੁੱਕੜ ਨਾਟਕ ਵੀ ਹੋਣਗੇ, ਨਸ਼ਾ ਵਿਰੋਧ ਤੇ ਭਰੂਣ ਹੱਤਿਆ ਵਿਰੋਧ। ਸਾਡੇ ਸਾਰੇ ਇਲਾਕੇ ਦਾ ਸਾਂਝਾ ਖੇਡ ਮੇਲਾ ਹੁੰਦਾ। ਪਰ ਮੈਂ ਅੰਦਰ ਘੁੰਮ ਕੇ ਵੀ ਆਇਆ। ਅੱਲਾ ਖਿਡਾਰੀ ਇੰਨੀ ਗੱਲ ਨਹੀਂ ਕਰਦੇ ਜਿੰਨੇ ਬਾਹਰ ਦੇ ਦਰਸ਼ਕ ਕਰਦੇ ਹਨ, ਕਿਉਂਕਿ ਖਿਡਾਰੀ ਨੂੰ ਕਹੋ ਤਾਂ ਖਿਡਾਰੀ ਮੰਨ ਜਾਂਦੇ ਹਨ। ਪਰ ਮੈਂ ਤਾਂ ਦੇਖਣ ਚ ਅੰਦਰ ਆਇਆ, ਦਰਸ਼ਕ ਨਹੀਂ ਮੰਨਣ ਦਿੰਦੇ ਉਹਨਾਂ ਨੂੰ, ਕਿਉਂਕਿ ਖਿਡਾਰੀ
ਉਹਨਾਂ ਤੋਂ ਬਾਅਦ ਭੰਗੜਾ ਗਰੁੱਪ ਪੰਜਾਬੀ ਭੰਗੜਾ ਖਾਲਸਾ ਕਾਲਜ ਤੋਂ ਤੇ ਸਟੈਂਡਰ ਗਰੁੱਪ ਜਿਹੜਾ ਹੈ ਚੰਡੀਗੜ੍ਹ ਤੋਂ तेरे तो बगैर रब्बा होर कोई ना पुत्र सत होवण करो कट दाना बाबला ठीक ना कर समा विलोको नाए कहर गुजारो वेतिया भुख दे विच ना मारो सदा सदा मापिया दे घर दी खैर मनाउंदियां ने सदा सदा मापिया दे करती खैर मनाउंदियां ने पुत वंडाउण जमीना दियां दुख वंडाउंदियां ने जो वधिया लगा ताड़ी ला देती है ना दे पुत वंडाउण जमीना दियां दुख वंडाउंदियां ने नाल मशीना टुकड़े टुकड़े करके सुट देना नाल मशीना टुकड़े टुकड़े करके सुट देना किसे कली नू खिलने तो पहला ही पुट देना एक ऐसा दस्तूर वे लोगों कुछ दे समझो कुछ दे सोचो वे कदे बेचारियां गौआ कदे बेचारियां गौआ कदे चिड़ियां अखवांदियां ने पुत वंडाउण जमीना दियां दुख वंडाउंदियां ने वे लोगो पुत वंडाउण जमीना दियां दुख वंडाउंदियां ने वे लोगो नाए कहर गुजारो वे लोगो नाए कहर गुजारो तियां दुख दे विच ना मारो सदा सदा मापियां दे करदी खैर मनाउंदियां ने सदा सदा मापियां दे करदी खैर मनाउंदियां ने पुत वंडाउण जमीना दियां दुख वंडाउंदियां ने पुत वंडाउण जमीना दियां दुख वंडाउंदियां ने बेटियां दुख वंडाउंदियां ने बेटियां दुख वंडाउंदियां ने बेटियां दुख वंडाउंदियां ने ਜਿੱਥੇ ਇਹ ਮੇਲਾ ਆਪਸੀ ਰਿਸ਼ਤਿਆਂ ਵਿੱਚ ਨਿੱਘ ਵਧਾਉਂਦਾ ਹੈ ਉੱਥੇ ਵੀਤ ਇਲਾਕੇ ਦੇ ਸੱਭਿਆਚਾਰ ਦੀ ਜਿਉਂਦੀ ਜਾਗਦੀ ਤਸਵੀਰ ਵੀ ਹੈ। ਹਰ ਵਰਗ ਦਾ ਸਾਂਝਾ ਸ਼ਾਨ ਭਰਾਵਾਂ ਦੀ ਆਓ ਰਲ ਮਿਲ ਮਾਣੀਏ ਮੇਲਾ ਛਿੰਝ ਸਰਾਹਾਂ ਦੀ ਮੇਲਾ ਛਿੰਝ ਸਰਾਹਾਂ ਦੀ। अभ्यास प्रश्न नंबर 1 भागूड़ा छिंज सराहां दा मेला कित्थे अते कदों लगदा है? इस मेले दा ਇਹ ਨਾਂ ਕਿਵੇਂ ਪਿਆ? उत्तर छिंज सराहां ਦਾ ਮੇਲਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜਸ਼ੰਕਰ ਵਿੱਚ ਵਸੇ
ਪੀਤ ਇਲਾਕੇ ਦੇ ਪਿੰਡ ਅਚਲਪੁਰ ਸਰਾਹਾਂ ਵਿਖੇ ਹਰ ਸਾਲ ਮੱਘਰ ਮਹੀਨੇ ਦੇ ਪਹਿਲੇ ਐਤਵਾਰ ਤੋਂ ਲਗਾਤਾਰ 4 ਦਿਨ ਚੱਲਦਾ ਹੈ। 6 ਰਾਹਾਂ ਦਾ ਕੇਂਦਰ ਬਿੰਦੂ ਹੋਣ ਕਰਕੇ ਇਸ ਦਾ ਇਹ ਨਾਮ ਪਿਆ। ਭਾਗੈੜਾ। ਇਸ ਮੇਲੇ ਤੇ ਕਿਹੜੀਆਂ-ਕਿਹੜੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ? ਉੱਤਰ। ਮੇਲੇ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਸਭ ਤੋਂ ਪਹਿਲਾਂ ਸਿੱਧ ਬਾਬਾ ਬਾਲਕ ਰੂਪ ਜੀ ਦੇ ਮੰਦਿਰ ਵਿਖੇ ਮੱਥਾ ਟੇਕਦੀਆਂ ਹਨ, ਮੰਨਤਾਂ ਮੰਗਦੀਆਂ ਹਨ ਅਤੇ ਸੁੱਖਣਾ ਲਾਹੁੰਦੀਆਂ ਹਨ। ਮੇਲੇ ਵਾਲੇ ਐਤਵਾਰ ਤੋਂ ਪਹਿਲਾਂ 4 ਜੱਗ ਕਰਵਾਏ ਜਾਂਦੇ ਹਨ। ਘਰਾਂ ਵਿੱਚ ਮਾਹਾਂ ਦੀ ਦਾਲ ਜ਼ਰੂਰ ਬਣਦੀ ਹੈ। ਭਾਗੀੜੀ। ਕਿਸਾਨੀ ਜੀਵਨ ਅਤੇ ਆਮ ਲੋਕਾਂ ਦਾ ਇਸ ਮੇਲੇ ਨਾਲ ਸੰਬੰਧ ਕਿਵੇਂ ਜੁੜਿਆ ਹੋਇਆ ਹੈ? ਉੱਤਰ। ਇਹਨਾਂ ਦਿਨਾਂ ਵਿੱਚ ਕਿਸਾਨ ਮੱਕੀ ਦੀ ਫਸਲ ਸੰਭਾਲ ਕੇ ਕਣਕ ਬੀਜ ਲੈਂਦੇ ਹਨ। ਗੰਨੇ ਤੋਂ ਗੁੜ ਬਣਾਉਣ ਨੂੰ ਹਾਲੇ ਵਕਤ ਹੁੰਦਾ ਹੈ। ਕਿਸਾਨੀ ਲਈ ਇਹ ਦਿਨ ਵਿਹਲ ਵਾਲੇ ਹੁੰਦੇ ਹਨ। ਭਾਗ ਸੱਸਾ। ਸਮੇਂ ਦੇ ਬੀਤਣ ਨਾਲ ਇਸ ਮੇਲੇ ਵਿੱਚ ਕਿਹੜਾ ਅੰਤਰ ਦੇਖਣ ਨੂੰ ਮਿਲਦਾ ਹੈ? ਉੱਤਰ। ਪੁਰਾਣੀ ਤਕਨੀਕ ਵਾਲੀਆਂ ਫੋਟੋਗ੍ਰਾਫਰਾਂ ਦੀਆਂ ਦੁਕਾਨਾਂ ਹੁਣ ਬੀਤੇ ਦੀ ਗੱਲ ਬਣ ਚੁੱਕੀਆਂ ਹਨ। ਬਲਦਾਂ ਦੀ ਲੱਗਦੀ ਭਾਰੀ ਮੰਡੀ ਹੁਣ ਗਾਇਬ ਹੈ ਅਤੇ ਊਠਾਂ ਦੀ ਮੰਡੀ ਵੀ ਰਵਾਇਤ ਮਾਤਰ ਹੀ ਰਹਿ ਗਈ ਹੈ। ਭਾਗ ਹਾਹਾ। ਪੁਰਾਣੇ ਸਮਿਆਂ ਵਿੱਚ ਇਸ ਮੇਲੇ ਪ੍ਰਤੀ ਲੋਕਾਂ ਦਾ ਉਤਸ਼ਾਹ ਕਿਹੋ ਜਿਹਾ ਹੁੰਦਾ ਸੀ? ਉੱਤਰ। ਮੇਲੇ ਤੋਂ ਪਹਿਲਾਂ ਕੱਚੇ ਘਰਾਂ ਨੂੰ ਲਿਪਿਆ ਪੋਚਿਆ ਤੇ ਸ਼ਿੰਗਾਰਿਆ ਜਾਂਦਾ ਸੀ। ਮੇਲੇ ਤੋਂ ਕਈ ਦਿਨ ਪਹਿਲਾਂ ਹੀ ਮਹਿਮਾਨ ਆਉਣੇ ਸ਼ੁਰੂ ਹੋ ਜਾਂਦੇ ਤੇ ਲੋਕ ਪੱਬਾਂ ਭਰ ਹੋ ਕੇ ਉਹਨਾਂ ਦੀ ਸੇਵਾ ਕਰਦੇ ਸਨ। ਭਾਗ ਕੱਕਾ। ਸਰਾਹਾਂ ਦੀ ਛਿੰਝ ਦੇ ਮੇਲੇ ਦਾ ਦ੍ਰਿਸ਼ ਵਰਣਨ ਕਰੋ। ਉੱਤਰ। ਮੇਲੇ ਵਿੱਚ ਦੁਕਾਨਾਂ ਤੇ ਔਰਤਾਂ ਅਤੇ ਮੁਟਿਆਰਾਂ ਦੀ ਭੀੜ ਹੁੰਦੀ ਹੈ। ਗੱਭਰੂ ਟੋਲੀਆਂ ਬਣਾ ਕੇ ਘੁੰਮਦੇ ਆਮ ਦਿਖਾਈ ਦਿੰਦੇ ਹਨ। ਇੰਨੀ ਭੀੜ ਹੁੰਦੀ ਹੈ ਕਿ ਸੜਕ ਤੋਂ ਮੋਟਰ ਗੱਡੀਆਂ ਦਾ ਗੁਜ਼ਰਨਾ ਮੁਹਾਲ ਹੋ ਜਾਂਦਾ ਹੈ। ਪ੍ਰਸ਼ਨ ਨੰਬਰ 2। ਔਖੇ ਸ਼ਬਦਾਂ ਦੇ ਅਰਥ। ਸ਼ੌਕੀਨ, ਸ਼ੌਕੀ, ਬਾਂਕੇ, ਬਣ ਠਣ ਕੇ ਰਹਿਣ ਵਾਲੇ। ਟੋਟਕਾ, ਜਾਦੂ ਅਸਰ ਗੀਤ। ਵਿਰਾਸਤੀ, ਉਹ ਮਾਲ ਜਾਂ ਚੀਜ਼ ਜੋ ਮਰਨ ਵਾਲਾ ਆਪਣੇ ਪਿਛਲਿਆਂ ਲਈ ਛੱਡ ਜਾਵੇ। ਮੰਨਤ, ਕਿਸੇ ਕਾਮਨਾ ਦੀ ਪੂਰਤੀ ਲਈ ਸੁੱਖੀ ਸੁੱਖ, ਮਨੌਤ, ਸੁਖਣਾ। ਦਰਪਣ, ਮੂੰਹ ਵੇਖਣ ਵਾਲਾ ਸ਼ੀਸ਼ਾ। ਮਕਬੂਲੀਅਤ, ਪ੍ਰਵਾਨਗੀ, ਪ੍ਰਸਿੱਧੀ, ਮਸ਼ਹੂਰੀ। ਮੁਹਾਲ, ਔਖਾ, ਕਠਿਨ, ਮੁਸ਼ਕਿਲ। ਮਹਿਜ਼, ਕੇਵਲ, ਸਿਰਫ। ਬਰਕਰਾਰ, ਕਾਇਮ, ਸਥਿਰ, ਜਿਉਂ ਦਾ ਤਿਉਂ। ਸਰਸ਼ਾਰ, ਭਰਪੂਰ, ਭਰਿਆ ਹੋਇਆ।
ਪ੍ਰਸ਼ਨ ਨੰਬਰ 3 ਵਾਕਾਂ ਵਿੱਚ ਵਰਤੋ। ਘੁੱਗ ਵਸਦੇ। ਵਿਦੇਸ਼ਾਂ ਵਿੱਚ ਜਾ ਬਸੇ ਪੰਜਾਬੀ ਆਪਣੇ ਘੁੱਗ ਵਸਦੇ ਪਿੰਡਾਂ ਨੂੰ ਯਾਦ ਕਰਦੇ ਹਨ। ਆਪ ਮੁਹਾਰੇ। ਛਿੰਝ ਸ਼ਰਾਹਾਂ ਦੀ ਮੇਲੇ ਸੰਬੰਧੀ ਇਹ ਟੋਟਕਾ ਆਪ ਮੁਹਾਰੇ ਹੀ ਲੋਕਾਂ ਦੀ ਜ਼ੁਬਾਨ ਵਿੱਚੋਂ ਫੁੱਟ ਪੈਂਦਾ ਹੈ। ਦਾਲ ਮਾਹਾਂ ਦੀ, ਛਿੰਝ ਸ਼ਰਾਹਾਂ ਦੀ। ਸੁਸ਼ੋਭਿਤ। ਪਿੰਡ ਦੀ ਫਿਰਨੀ ਤੇ ਗੁਰੂ ਘਰ ਸੁਸ਼ੋਭਿਤ ਹੈ। ਨਤਮਸਤਕ ਹੋਣਾ। ਮੇਲੇ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਸਭ ਤੋਂ ਪਹਿਲਾਂ ਮੰਦਰ ਵਿਖੇ ਨਤਮਸਤਕ ਹੁੰਦੀਆਂ ਹਨ। ਸਰਸ਼ਾਰ ਕਰ ਦੇਣਾ। ਪਹਾੜਾਂ ਦੀਆਂ ਠੰਡੀਆਂ ਹਵਾਵਾਂ ਰੂਹ ਨੂੰ ਸਰਸ਼ਾਰ ਕਰ ਦਿੰਦੀਆਂ ਹਨ। ਪ੍ਰਦਰਸ਼ਨੀ। ਅਸੀਂ ਜ਼ਿਲ੍ਹਾ ਪੱਧਰ ਤੇ ਵਿਗਿਆਨ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ। ਪੱਬਾਂ ਭਾਰ ਹੋਣਾ। ਪੰਜਾਬੀ ਘਰ ਆਏ ਮਹਿਮਾਨਾਂ ਦੀ ਸੇਵਾ ਪੱਬਾਂ ਭਾਰ ਹੋ ਕੇ ਕਰਦੇ ਹਨ। ਹਫੜਾ ਦਫੜੀ। ਗੋਲੀ ਚੱਲਣ ਨਾਲ ਬਾਜ਼ਾਰ ਵਿੱਚ ਹਫੜਾ ਦਫੜੀ ਮਚ ਗਈ। ਅਸਮਾਨ ਛੂੰਹਦੇ। ਮੇਲੇ ਵਿੱਚ ਅਸਮਾਨ ਛੂੰਹਦੇ ਚੰਡੋਲ ਸਨ। ਦੂਣ ਸਵਾਇਆ ਹੋਣਾ। ਜਾਗੋ ਦੀ ਰਸਮ ਨਾਲ ਵਿਆਹ ਦੀਆਂ ਖੁਸ਼ੀਆਂ ਦੂਣ ਸਵਾਈਆਂ ਹੋ ਜਾਂਦੀਆਂ ਹਨ।